ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7th ਕਲਾਸ ਦਾ ਜਿਹੜਾ ਜੁਲਾਈ ਟੈਸਟ ਸਾਡਾ ਹੋਇਆ ਹੈ ਉਸੇ ਦਾ ਜਿਹੜਾ ਹੱਲ ਹੈ ਉਹ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਟੋਟਲ ਸਾਡੇ ਕੋਲ 14 ਕੁਐਸਚਨ ਹੈ, ਉਹਦੇ ਚੋਂ 8 ਕੁਐਸਚਨ ਜਿਹੜੇ ਇੱਕ ਨੰਬਰ ਦੇ, 2 ਕੁਐਸਚਨ ਜਿਹੜੇ ਸਾਡੇ ਕੋਲ 2-2 ਮਾਰਕਸ ਦੇ ਸਨ 9th ਤੇ 10th ਤੇ 11th ਤੇ 12th ਜਿਹੜਾ 11ਵਾਂ ਤੇ 12ਵਾਂ ਸਵਾਲ ਸੀ ਉਹਦੇ ਚ ਆਪਸ਼ਨਸ ਨੇ ਸਾਡੇ ਕੋਲ। ਵੈਸੇ 2 ਕੁਐਸਚਨ ਆਪਾਂ ਕਰਨੇ ਸੀ, ਟੋਟਲ ਸਾਡੇ ਕੋਲ 4 ਕੁਐਸਚਨ ਨੇ। तो एक एक करके सारे सवाल ਜਿਹੜੇ ਅਸੀਂ 7 ਦੀ ਜੁਲਾਈ ਦੇ ਟੈਸਟ ਦੇ ਗਣਿਤ ਦੇ ਉਹ ਇਸ ਵੀਡੀਓ ਦੇ ਵਿੱਚ ਸੋਲਵ ਕਰਾਂਗੇ। ਠੀਕ ਹੈ, तो आओ देखते हैं सब तो पहला सवाल। सब तो पहला सवाल ਸਾਡੇ ਕੋਲ ਸੀ ਦੋ ऋणात्मक संपूर्ण संख्यावां ਦਾ ਜੋੜ ਹਮੇਸ਼ਾ ਡੈਸ਼ ਹੁੰਦਾ ਹੈ। ਸਾਡੇ ਕੋਲ 4 ਆਪਸ਼ਨ ਸੀ, ਇਹਦੇ ਵਿੱਚੋਂ ਕੋਈ ਇੱਕ ਆਪਸ਼ਨ ਜਿਹੜੀ ਸਹੀ ਸੀ ਉਹ ਅਸੀਂ ਚੁਣਨੀ ਸੀਗੀ। ਸਮ ਆਫ ਟੂ ਨੈਗੇਟਿਵ ਇੰਟੀਜਰਸ ਇਜ਼ ਆਲਵੇਜ਼ ਨੈਗੇਟਿਵ। ਠੀਕ ਹੈ, जेकर साढ़े को दो ऋणात्मक संपूर्ण संख्यावां ने तो उन्हों का जोड़ भी हमेशा ऋणात्मक संपूर्ण संख्या ही हुंदा है। नैगेटिव इंटीजर्स का जोड़ नैगेटिव ही रहिंदा है। ठीक है, तो फर्स्ट का जिहड़ा साढ़े कोल आंसर है वो की बनिया ए। ठीक, इस तो बाद सैकेंड क्वेश्चन साढ़े कोल सी दित्ती संख्या रेखा ते बिंदु ए किस संपूर्ण संख्या नूं दर्शाउंदा है। विच ऑफ द फॉलोइंग नंबर इज रिप्रेजेंटेड बाय द पॉइंट ए ऑन द गिवन नंबर लाइन। ठीक है, नंबर लाइन साढ़े कोल तुसीं देख सकते हो। ਇਹਦੇ ਉੱਤੇ अगर ਅਸੀਂ नंबर ਜਿਹੜੇ ਲਗਾਈਏ ਇੰਟੀਜਰਸ ਲਗਾਈਏ तो 0 ਦੇ ਲੈਫਟ ਸਾਈਡ ਤੇ ਖੱਬੇ ਪਾਸੇ ਸਾਡੇ ਕੋਲ ਸਭ ਤੋਂ ਪਹਿਲਾਂ -1 ਆਏਗਾ, फिर -2 आएगा, फिर -3 आएगा, फिर -4 आएगा, फिर -5 आएगा। ठीक है, तो ਇਹ ਜਿਹੜਾ ਨੰਬਰ ਹੈ ਸਾਡੇ ਕੋਲ ਬਿੰਦੂ ਹੈ ਉਹ -5 ਨੂੰ ਰਿਪਰੈਜ਼ੈਂਟ ਕਰਦਾ ਹੈ, -5 ਨੂੰ ਡਿਪਿਕਟ ਕਰਦਾ ਹੈ ਇਸ ਨੰਬਰ ਲਾਈਨ ਦੇ ਉੱਤੇ। ਠੀਕ ਹੈ, तो ਇਹਦਾ ਸਾਡੇ ਕੋਲ ਆਪਸ਼ਨ ਜਿਹੜੀ ਸੀ ਬਿਲਕੁਲ ਸਹੀ ਸੀ ਇਹਦੇ ਵਿੱਚ। ਠੀਕ ਹੈ, सी ऑप्शन -5। नैक्सट क्वेश्चन साडे कोल दिते चित्र विच छायांकित भाग किस पिन नूं दर्शाउंदा है। विच फ्रैक्शन डज द शेडेड पोर्शन इन द गिवन फिगर रिप्रेजेंट। ठीक है, तो इस जिहड़ी फिगर है साडे कोल इहदे च असीं देख सकते हैं टोटल साडे कोल 5 पार्ट्स हैगे इहदे कीते होए, ਉਹਦੇ ਵਿੱਚੋਂ 2 ਪਾਰਟਸ ਜਿਹੜੇ ਉਹ ਸ਼ੇਡ ਕੀਤੇ ਹੋਏ ਆ, ਕਲਰ ਕੀਤੇ ਹੋਏ ਆ। ਠੀਕ ਹੈ, तो ਪੰਜਾਂ ਦੇ ਵਿੱਚੋਂ 2 मतलब कि 2/5। ठीक है, तो शेडेड पोर्शन जिहड़ा साडे कोल 2/5 ਨੂੰ ਦਰਸਾਉਂਦਾ ਹੈ। सी ऑप्शन ਜਿਹੜੀ ਇਹਦੀ ਬਿਲਕੁਲ सही है, 2/5। ठीक, इस तो बाद नैक्सट क्वेश्चन साडे कोल है हेठ दित्तियां पिन्नां विचों किस दा हर 8 है। ठीक है, 8/3, 1 सही 3/5, 1 सही 8/3, 3/8। तो ਅਸੀਂ देख सकते हैं कि ਸਾਡੇ ਕੋਲ ਇਹਦਾ ਹਰ 3 है, ਇਹਦਾ 5 है, ਇਹਦਾ 3 है और ਇਹ ਸਾਡੇ ਕੋਲ डी ऑप्शन ਜਿਹੜੀ ਇਹਦੇ ਵਿੱਚ ਜਿਹੜਾ ਹਰ है ਸਾਡੇ ਕੋਲ 8 है। ठीक है, तो फोर्थ क्वेश्चन ਦਾ ਜਿਹੜਾ आंसर है ਸਾਡੇ ਕੋਲ डी आएगा 3/8। अगला क्वेश्चन है विच ऑफ द फॉलोइंग इज एन इम्प्रॉपर फ्रैक्शन। इम्प्रॉपर फ्रैक्शन ਨੂੰ ਅਸੀਂ ਅਣਉਚਿਤ ਭਿੰਨ ਕਹਿੰਦੇ ਆ। ਅਣਉਚਿਤ ਭਿੰਨ। ਠੀਕ ਹੈ, तो ਇਸੇ ਢੰਗ ਦਾ क्वेश्चन ਸਾਡੇ ਕੋਲ ਇੱਕ ਸੈਂਪਲ ਪੇਪਰ ਦੇ ਵਿੱਚ ਵੀ ਸੀਗਾ ਜਿਹੜਾ ਆਪਾਂ ਆਲਰੇਡੀ ਕੀਤਾ ਹੋਇਆ। तो ਅਣਉਚਿਤ ਭਿੰਨ ਉਹ ਹੁੰਦੀ ਹੈ ਜਿਹਦੇ ਵਿੱਚ ਅੰਸ਼ ਜਿਹੜਾ ਹੈ ਉਹ ਵੱਡਾ ਹੋਵੇ ਤੇ ਹਰ ਜਿਹੜਾ ਹੈ ਉਹ ਛੋਟਾ ਹੋਵੇ। ਠੀਕ ਹੈ, ਦੇਖਣ ਦੇ ਵਿੱਚ ਮੈਂ ਇਸ ਢੰਗ ਦੇ ਨਾਲ ਬਣਾਏ ਨੇ। तो ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ सी ਜਿਹੜਾ ਸਾਡੇ ਕੋਲ ਆਪਸ਼ਨ ਹੈ ਇਹਦੇ ਵਿੱਚ ਅੰਸ਼ ਜਿਹੜਾ ਸਾਡੇ ਕੋਲ ਵੱਡਾ ਹੈ ਤੇ ਹਰ ਛੋਟਾ ਹੈ। ਠੀਕ ਹੈ, तो ਅਣਉਚਿਤ ਭਿੰਨ ਸਾਡੇ ਕੋਲ ਇਹਦੇ ਵਿੱਚ C ਹੈ 7/4। ਬਾਕੀ ਸਾਰੀਆਂ ਉਚਿਤ ਭਿੰਨਾਂ ਨੇ, ਪ੍ਰੋਪਰ ਫ੍ਰੈਕਸ਼ਨਸ ਨੇ। ਇਸ ਤੋਂ ਬਾਅਦ 6ਵਾਂ ਸਵਾਲ ਸਾਡੇ ਕੋਲ ਹੈ 2/3 ਅਤੇ 3/4 ਖਾਲੀ ਥਾਂ ਤੇ ਕਿਹੜਾ ਚਿੰਨ੍ਹ ਆਵੇਗਾ। ਠੀਕ ਹੈ, ਸਾਡੇ ਕੋਲ 2 ਭਿੰਨਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ। ਚੂਜ਼ ਦਾ ਕਰੈਕਟ ਸਿੰਬਲ, ਇਹਦੇ ਵਿੱਚੋਂ ਅਸੀਂ ਦੇਖਣਾ ਕਿ ਕਿਹੜਾ ਜਿਹੜਾ ਸਿੰਬਲ ਹੈ ਉਹ ਬਿਲਕੁਲ ਇਹਦੇ ਵਿੱਚ ਸਹੀ ਹੈ। तो ਇੱਕ ਸਾਡੇ ਕੋਲ ਹੈ 2/3, ਇੱਕ ਸਾਡੇ ਕੋਲ ਹੈ 3/4। ਠੀਕ ਹੈ, तो ਅਸੀਂ ਇਹਨੂੰ ਐਵੇਂ ਵੀ ਕਰ ਸਕਦੇ ਹਾਂ ਕਿ ਇਹਨੂੰ ਦਸ਼ਮਲਵ ਰੂਪ ਦੇ ਵਿੱਚ ਅਗਰ ਅਸੀਂ ਬਦਲ ਲਈਏ तो 2/3 ਦਾ ਮਤਲਬ ਹੁੰਦਾ ਹੈ 0.67 और 3/4 ਦਾ ਮਤਲਬ ਹੋਏਗਾ 0.75। ਠੀਕ ਹੈ, तो ਇਹਦੇ ਵਿੱਚੋਂ ਹੁਣ ਅਸੀਂ ਦੇਖ ਸਕਦੇ ਹਾਂ ਕਿਹੜਾ ਵੱਡਾ ਹੈ ਕਿਹੜਾ ਛੋਟਾ ਹੈ। ਇਹ ਵਾਲਾ ਸਾਡੇ ਕੋਲ साइन ਇਹਦੇ ਚ ਆਏਗਾ 2/3 इज लेस देन 3/4। ठीक है, तो लेस देन ਦਾ ਸਾਈਨ ਆਏਗਾ, ਘੱਟ ਹੈ ਦਾ ਸਾਈਨ ਆਏਗਾ। तो बी ऑप्शन ਜਿਹੜੀ ਹੈ ਇਹਦੇ ਵਿੱਚ ਉਹ ਸਹੀ ਜਵਾਬ ਹੈ। ठीक है, ਇਹਨੂੰ ਅਸੀਂ ਐਵੇਂ ਵੀ ਕਰ ਸਕਦੇ ਸੀ ਅਗਰ ਦੋਨਾਂ ਦੇ ਹਰ ਅਸੀਂ ਬਰਾਬਰ ਕਰ ਲੈਂਦੇ 2/3 ਨੂੰ
गुणा कर लेने ਅਸੀਂ 4/4 ਦੇ ਨਾਲ, ਇਹ ਸਾਡੇ ਕੋਲ 8/12 ਹੋ ਜਾਏਗਾ। ਇਸੇ ਢੰਗ ਦੇ ਨਾਲ 3/4 ਨੂੰ ਅਸੀਂ ਮਲਟੀਪलाई कर लेने 3/3 ਦੇ ਨਾਲ, तो ये ਸਾਡੇ ਕੋਲ ਹੋ ਜਾਏਗਾ 9/12। ठीक है, तो 8/12 ਜਿਹੜਾ ਇਹ ਛੋਟਾ ਹੋਏਗਾ 9/12 ਦੇ ਨਾਲੋਂ। 8/12 ਦਾ ਭਾਵ ਹੈ ਕਿ 12 ਦੇ ਵਿੱਚੋਂ 8 ਬਰਾਬਰ ਹਿੱਸੇ, बराबर 12 हिस्सों के 8 हिस्से का मतलब है बराबर 12 हिस्सों के 9 हिस्से, तो 9 हिस्से ज्यादा होंगे। ठीक है, तो ये साइन जो साडे कोल लैस दैन दा आएगा। इस तो बाद अगला सवाल है मिलान चिन्ह किस बारंबारता नूं दर्शाउंदा है। ये साडे कोल लाइनां जिहड़ियां ने 4 सीधियां ने, एक ये टेढ़ी लाइन है, तो ये 5 नूं दर्शाउंदा है साडे कोल। ठीक है, बी ऑप्शन जिहड़ा है बिल्कुल सही उत्तर है इसका। ओके, इस तो बाद 8वां सवाल है एक असंभव घटना की संभावना कितनी हुंदी है। जिहड़ी घटना हो ही नहीं सकती, व्हाट इज द प्रोबेबिलिटी ऑफ एन इम्पॉसिबल इवेंट, दैट इज 0। ठीक है, आप कहते 0 संभावना है कि ये काम हो जाए। ठीक है, 0 जे हुंदा कि जिहड़ी निश्चित घटना है उसकी संभावना साडे कोल 1 हुंदी है। ये 2 ते 3 तां कदे हो ही नहीं सकदियां, क्योंकि किसी भी घटना की संभावना कदे 1 तो वड्डी हो नहीं सकती। इस तो बाद साडे कोल 9वां सवाल हुण 2 अंकां दे लई है। किसी विशेष दिन ਵੱਖ-ਵੱਖ ਸਥਾਨਾਂ ਦੇ ਤਾਪਮਾਨ ਨੂੰ ਸੈਂਟੀਗ੍ਰੇਡ ਦਰਜੇ ਵਿੱਚ ਹੇਠਾਂ ਦਿੱਤੀ ਸੰਖਿਆ ਰੇਖਾ ਤੇ ਦਰਸਾਇਆ ਗਿਆ ਹੈ। चित्र विच दर्शाए गए 4 स्थानों के तापमान लिखो। ठीक है, ये सानू टैंपरेचर्स लिखे हुए हैं कुछ जगह के, ते संख्या रेखा के नंबर लाइन के उत्ते उन्होंने जिहड़ा रिप्रजेंट किया गया, तो असीं ये दसना कि किस जगह का की तापमान है। ठीक है, जिद्दां सब तो पहला हुण साडे कोल है श्रीनगर, तो श्रीनगर की अगर असीं गल करिए तो ये साडे कोल 0 है। ठीक है, 0 तो जे असीं लैफ्ट साइड जावांगे जीरो, तो जेकर असीं लैफ्ट साइड जाने इत्थे साडे कोल -1 आएगा, इत्थे साडे कोल -2 आएगा, -3 आएगा, -4 आएगा। ठीक है, तो क्योंकि फिर अगे साडे कोल -5 तां ही बनेगा, तो तुसीं देख सकते हो श्रीनगर का जिहड़ा तापमान है वो साडे कोल -2 है। ठीक है, इसे ढंग दे नाल शिमला का तापमान जिहड़ा वो सानूं दसदा पिया इत्थे 5 डिग्री सैल्सीयस होएगा। ऊटी का तापमान जिहड़ा है वो 10, 11, 12, 13, 14, ठीक है 14 डिग्री सैल्सीयस है। और बेंगलोर का तापमान जिहड़ा है वो साडे कोल 20, 21 ते 22 डिग्री सैल्सीयस जिहड़ा वो बेंगलोर का तापमान है। ठीक है, तो ये सारे नूं आपां लिख लांगे इत्थे। हाँ जी, तो सब तो पहला श्रीनगर का तापमान, टेंपरेचर ऑफ श्रीनगर, ये साडे कोल है -2 डिग्री सैल्सीयस। ठीक है, ये वाला -2 डिग्री है सी साडे कोल। ते शिमला का तापमान, शिमला का तापमान साडे कोल है 5 डिग्री सैल्सीयस, ये पॉजिटिव है। ठीक है, और ये साडे कोल माइनस दे विच तापमान जिहड़ा श्रीनगर का है। इस तो बाद ऊटी का तापमान, टेंपरेचर ऑफ ऊटी, ऊटी का तापमान साडे कोल है इत्थे 14 डिग्री सैल्सीयस, आपां देख चुके हैं। ऊटी का तापमान 14 डिग्री सैल्सीयस आएगा और बेंगलोर का तापमान जिहड़ा 22 डिग्री सैल्सीयस आएगा। इस तो बाद लास्ट बेंगलोर का तापमान, बाई डिग्री सैल्सीयस। ठीक है, तो ये चार ही तुसी तापमान लिखे ने, चार ही टैंपरेचर तुहानूं 2 अंक मिलणगे। एक शहर का लिखण ते जिहड़ा वो 0.5 आधा नंबर मिलेगा। ठीक है, उस तो बाद नेक्स्ट सवाल देखते हैं। अगला सवाल है 3/5 का 1/4 पता करो। फाइंड द वैल्यू ऑफ 1/4 ऑफ 3/5। तो आप पहला भी गल कर चुके हैं, जिहड़ा साडे कोले दा है इनू असी गुणा दे वांग ही वरतते हैं, और जदों असी भिन्नां दी गुणा करनी हुंदी है तो अंश दे नाल अंश गुणा करते हैं और हर दे नाल हर गुणा करते हैं। ठीक है, तो इहदे 3 नूं 1 नाल गुणा करांगे साडे कोल 3 आ जाएगा, ते हर नूं हर नाल गुणा करांगे 5 नूं 4 नाल करांगे साडे कोल 20 आ जाएगा। तो इस सवाल का जिहड़ा उत्तर है साडे कोल ये 3/20 बन जाता है। ठीक है, 1/4 ऑफ 3/5 इज 3/20।
ਇਸ ਤੋਂ ਬਾਅਦ 11ਵਾਂ ਸਵਾਲ ਸਾਡੇ ਕੋਲ ਹੈ, ਮਿਲਾਨ ਅਸੀਂ ਕਰਨਾ ਹੈ ਇਹਦੇ ਵਿੱਚ। ਸਭ ਤੋਂ ਪਹਿਲਾਂ ਹੈ 20 ਦਾ 4/5 ਤੇ ਤੁਹਾਨੂੰ ਮੈਂ ਹੁਣੇ ਗੱਲ ਕਰਕੇ ਆਇਆ ਕਿ ਜਿਹੜਾ ਦਾ ਹੈ ਇਹਨੂੰ ਅਸੀਂ ਗੁਣਾ ਦੀ ਤਰ੍ਹਾਂ ਹੀ ਵਰਤਣਾ ਹੁੰਦਾ ਹੈ, ਠੀਕ ਹੈ। तो 5 ਦੇ ਨਾਲ ਆਪਾਂ 20 ਨੂੰ ਕੱਟ ਸਕਦੇ ਹਾਂ, ਸਾਡੇ ਕੋਲ 5 ਚੌਕਾ 20 ਆਏਗਾ, 4 ਚੌਕੇ ਸਾਡੇ ਕੋਲ 16 ਬਣ ਜਾਏਗਾ, ਠੀਕ ਹੈ। ਜਾਂ ਅਸੀਂ 20 ਨੂੰ ਪਹਿਲਾਂ 4 ਨਾਲ ਗੁਣਾ ਕਰ ਦਈਏ, 20 ਚੌਕਾ 80 ਹੋ ਜਾਏਗਾ, 80 ਨੂੰ 5 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 16 ਆ ਜਾਏਗਾ, ਠੀਕ ਹੈ। तो ਇਹ ਸਾਡੇ ਕੋਲ ਜਿਹੜਾ 16 ਹੈ ਉਹ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ, ਠੀਕ। ਇਸ ਤੋਂ ਬਾਅਦ ਦੂਸਰਾ ਹੈ ਸਾਡੇ ਕੋਲ 4/9 ਭਾਗ 4/9। ਹੁਣ ਜਿਸ ਸੰਖਿਆ ਨੂੰ ਅਸੀਂ ਭਾਗ ਕਰ ਰਹੇ ਹਾਂ, ਜਿਸ ਨੂੰ ਕਰ ਰਹੇ ਹਾਂ ਉਸੇ ਦੇ ਨਾਲ ਕਰ ਰਹੇ ਹਾਂ, मतलब 4/9 ਨੂੰ 4/9 ਦੇ ਨਾਲ ਹੀ ਭਾਗ ਕਰ ਰਹੇ ਹਾਂ, ਤੇ ਇੱਥੋਂ ਸਾਨੂੰ ਦੇਖ ਕੇ ਪਤਾ ਲੱਗਣਾ ਚਾਹੀਦਾ ਕਿ ਇਹਦਾ ਉੱਤਰ ਜਿਹੜਾ ਸਾਡੇ ਕੋਲ ਉਹ ਕੀ ਹੋਏਗਾ, 1 ਹੋਏਗਾ, ਠੀਕ ਹੈ। ਵੈਸੇ ਜੇ ਅਸੀਂ ਦੇਖਣਾ ਹੋਵੇ ਤਾਂ 4/9 ਨੂੰ 4/9 ਨਾਲ ਭਾਗ ਦਾ ਮਤਲਬ ਹੈ ਜਦੋਂ ਅਸੀਂ ਭਾਗ ਨੂੰ ਗੁਣਾ ਦੇ ਵਿੱਚ ਬਦਲ ਦਿੰਦੇ ਹਾਂ तो 4/9 ਦਾ ਜਿਹੜਾ ਉਲਟ ਕ੍ਰਮ ਇੱਥੇ ਲਿਖ ਦਾਂਗੇ, ਰੈਸੀਪ੍ਰੋਕਲ ਲਿਖ ਦਾਂਗੇ, 9/4 ਹੋਏਗਾ, ਠੀਕ ਹੈ। 9 ਦੇ ਨਾਲ 9 ਕੱਟ ਗਿਆ, 4 ਨਾਲ 4 ਕੱਟ ਗਿਆ, ਸਾਡੇ ਕੋਲ ਆਨਸਰ ਜਿਹੜਾ ਉਹ 1 ਬਣ ਗਿਆ। ਵੈਸੇ ਵੀ 4/9 ਨੂੰ 4/9 ਨਾਲ ਹੀ ਭਾਗ ਕੀਤਾ ਜਾ ਰਿਹਾ ਤਾਂ ਉੱਤਰ ਜਿਹੜਾ ਸਾਡੇ ਕੋਲ ਇਹਦਾ 1 ਆਏਗਾ, ਠੀਕ ਹੈ। ਇਸ ਤੋਂ ਬਾਅਦ ਸਾਡੇ ਕੋਲ ਸਵਾਲ ਹੈ ਤੀਜਾ ਸਵਾਲ 3.62 3.62 into 100, ਠੀਕ ਹੈ। तो ਜਦੋਂ ਅਸੀਂ 100 ਦੇ ਨਾਲ ਗੁਣਾ ਕਰਨਾ ਹੈ ਕਿਸੇ ਵੀ ਚੀਜ਼ ਨੂੰ ਤਾਂ ਜਿਹੜਾ ਦਸ਼ਮਲਵ ਹੈ ਉਹ 2 ਅੰਕ ਸੱਜੇ ਪਾਸੇ ਨੂੰ ਚਲੇ ਜਾਂਦਾ, ਠੀਕ ਹੈ। तो ਇਹਦਾ ਮਤਲਬ ਜਿਹੜਾ ਦਸ਼ਮਲਵ ਹੈ ਪੁਆਇੰਟ ਹੈ ਉਹ ਸਾਡੇ ਕੋਲ 6 ਤੋਂ ਪਿੱਛੇ ਫਿਰ 2 ਤੋਂ ਪਿੱਛੇ ਚਲੇ ਜਾਏਗਾ, 2 ਅੰਕ ਸਾਡੇ ਕੋਲ ਇਹ ਬਣਦੇ ਨੇ 2 ਡਿਜਿਟਸ ਤੋਂ ਪਿੱਛੇ ਚਲੇ ਜਾਏਗਾ। तो 362 ਜਿਹੜਾ ਇਹਦਾ ਉੱਤਰ ਬਣ ਜਾਏਗਾ ਦੂਜਾ, 362 ਸਾਡੇ ਕੋਲ ਤੀਜੇ ਸਵਾਲ ਦਾ ਉੱਤਰ ਹੈ, ਠੀਕ ਹੈ। तो ਇਸੇ ਢੰਗ ਦੇ ਨਾਲ ਚੌਥਾ ਸਵਾਲ ਜਿਹੜਾ ਹੈ, ਹੁਣ ਜਿਵੇਂ ਜਦੋਂ ਅਸੀਂ 10 100 ਜਾਂ 1000 ਦੇ ਨਾਲ ਗੁਣਾ ਕਰਦੇ ਹਾਂ ਫਿਰ ਤਾਂ ਸਾਡੇ ਕੋਲ ਜਿਹੜਾ ਦਸ਼ਮਲਵ ਹੈ ਉਹ ਜਾਂਦਾ ਸੱਜੇ ਹੱਥ ਨੂੰ, ਜਿੰਨੀਆਂ ਜ਼ੀਰੋਆਂ ਹੋਣ ਇੱਕ ਦੇ ਨਾਲ ਉਨੇ ਅੰਕ ਸੱਜੇ ਪਾਸੇ ਜਾਏਗਾ, ਪਰ ਜਦੋਂ ਅਸੀਂ ਭਾਗ ਕਰਾਂਗੇ ਤਾਂ ਇੱਕ ਨਾਲ ਜਿੰਨੀਆਂ ਜ਼ੀਰੋਆਂ ਨੇ ਦਸ਼ਮਲਵ ਉਨਾ ਹੀ ਖੱਬੀ ਸਾਈਡ ਜਿਹੜਾ ਲੈਫਟ ਸਾਈਡ ਤੇ ਚਲੇ ਜਾਏਗਾ। तो ਇੱਥੇ ਸਾਡੇ ਕੋਲ 10 ਦੇ ਨਾਲ 1 0 ਹੈ ਇੱਕ ਦੇ ਨਾਲ, तो ਪੁਆਇੰਟ ਜਿਹੜਾ ਹੈ ਉਹ 4 ਦੇ ਅੱਗੇ ਚਲੇ ਜਾਏਗਾ ਤੇ ਸਾਡੇ ਕੋਲ ਉੱਤਰ ਜਿਹੜਾ ਉਹ 0.48 ਬਣ ਜਾਏਗਾ, ਠੀਕ ਹੈ। तो ਵੈਸੇ ਵੀ ਸਾਡੇ ਕੋਲ ਇਹੀ ਆਪਸ਼ਨ ਇੱਕ ਬਚੀ ਹੈ, तो ਇਹ ਸਾਡੇ ਕੋਲ ਇਸ ਢੰਗ ਦੇ ਨਾਲ ਬਣ ਜਾਂਦਾ ਹੈ। ਜੇ ਕਿਸੇ ਨੇ ਸਾਰੇ ਇਸੇ ਢੰਗ ਦੇ ਨਾਲ ਕੀਤੇ ਨੇ ਤਾਂ 4 ਅੰਕ ਉਹਦੇ ਪੱਕੇ ਨੇ। ਇਸ ਤੋਂ ਬਾਅਦ ਇਸੇ ਦਾ ਜਿਹੜਾ ਜਾਂ ਪਾਠ ਹੈ ਸਾਡੇ ਕੋਲ ਉਹ ਹੈ, ਰੀਤੂ ਨੇ ਇੱਕ ਸੇਬ ਦਾ 3/5 ਭਾਗ ਖਾ ਲਿਆ ਤੇ ਬਾਕੀ ਬਚੇ ਸੇਬ ਨੂੰ ਉਸਦੇ ਭਰਾ ਸੋਮੂ ਨੇ ਖਾ ਲਿਆ। ਸੇਬ ਦਾ ਕਿੰਨਾ ਭਾਗ ਸੋਮੂ ਨੇ ਖਾਇਆ, ਕਿਸ ਦਾ ਹਿੱਸਾ ਵੱਧ ਸੀ ਤੇ ਕਿੰਨਾ ਸੀ, ਠੀਕ ਹੈ। तो ਕਿਸੇ ਸੇਬ ਦੇ 3/5 ਹਿੱਸਾ ਖਾਣ ਦਾ ਭਾਵ ਹੈ ਕਿ ਸੇਬ ਦੇ 5 ਹਿੱਸੇ ਕੀਤੇ ਤੇ ਉਹਦੇ ਵਿੱਚੋਂ 3 ਹਿੱਸੇ ਜਿਹੜੇ ਆ ਉਹ ਰੀਤੂ ਨੇ ਖਾ ਲਏ। ਜੇ 5 ਚੋਂ 3 ਰੀਤੂ ਨੇ ਖਾਦੇ ਆ ਤੇ ਸੋਮੂ ਨੇ ਕਿੰਨੇ ਖਾਦੇ, ਤਾਂ 2 ਹੀ ਬਚੇ ਹੋਣਗੇ, 2/5 ਹਿੱਸਾ ਇਹਦਾ ਮਤਲਬ ਸੋਮੂ ਨੇ ਖਾਦਾ, ਠੀਕ ਹੈ। ਇਹਨੂੰ ਆਪਾਂ ਲਿਖਾਂਗੇ, ਰੀਤੂ ਨੇ ਸੇਬ ਦਾ ਜਿੰਨਾ ਭਾਗ ਖਾਦਾ, ਸੇਬ ਦਾ जिन्ना भाग खादा, हाँ जी उसने सेब का 3/5 भाग खादा, कहता मतलब सेब के 5 हिस्से कर ले तो ਉਹਦੇ ਵਿੱਚੋਂ 3 हिस्से ਉਹਨੇ खा लए, तो बाकी ਜਿਹੜਾ बचा वो सोमू ने खादा, ठीक है। सोमू ने सेब का जिन्ना भाग खादा, तो ਇਹਦੇ ਲਈ ਅਸੀਂ ਕੀ ਕਰਾਂਗੇ, ਦੇਖੋ ਸੇਬ ਜਿਹੜਾ ਸੀ ਪੂਰਾ 1 ਸੀ, 1 ਦੇ ਵਿੱਚੋਂ ਜਿਹੜਾ ਭਾਗ ਰੀਤੂ ਨੇ ਖਾ ਲਿਆ ਉਹ ਅਸੀਂ ਮਾਈਨਸ ਕਰ ਦਾਂਗੇ, ਠੀਕ ਹੈ ਨਾ। ਜਿਹੜਾ 1 ਹੈ 1 ਦਾ ਭਾਵ ਕੀ ਹੈ ਕਿ 5 ਦੇ ਵਿੱਚੋਂ 5 ਹਿੱਸੇ, ਠੀਕ ਹੈ ਨਾ। 5 ਹਿੱਸਿਆਂ ਦੇ ਵਿੱਚੋਂ 5 ਹਿੱਸੇ ਤਾਂ ਹੀ ਉਹ ਪੂਰਾ 1 ਬਣਦਾ, ਜਦੋਂ ਅਸੀਂ ਕਿਸੇ ਚੀਜ਼ ਦੇ ਹਿੱਸੇ ਕਰਾਂਗੇ 5 ਹਿੱਸੇ ਕਰ ਲਾਂਗੇ, ਠੀਕ ਹੈ। ਓਕੇ 5 ਹਿੱਸੇ ਅਸੀਂ ਕਿਸੇ ਚੀਜ਼ ਦੇ ਕਰ ਲਏ ਨੇ, ਠੀਕ ਹੈ। 1 2 3 4 5, ਜਦੋਂ ਇਹ 5 ਦੇ 5 ਪਏ ਨੇ ਇਹਦਾ ਮਤਲਬ ਇਹ ਸਾਡੇ ਕੋਲ ਪੂਰੀ ਇੱਕ ਚੀਜ਼ ਹੈ, ਠੀਕ ਹੈ ਨਾ। 5 ਦੇ ਵਿੱਚੋਂ 5 ਹਿੱਸੇ ਸੀਗੇ ਪੂਰੇ, ਉਹਦੇ ਵਿੱਚੋਂ ਉਹਨਾਂ 5 ਚੋਂ 3 ਹਿੱਸੇ ਜਿਹੜੇ ਰੀਤੂ ਨੇ ਖਾ ਲਏ, ਤਾਂ ਸਾਡੇ ਕੋਲ ਬਚ ਕਿੰਨੇ ਗਏ। ਤਾਂ ਜਦੋਂ ਵੀ ਸਾਡੇ ਕੋਲ ਇਸ ਢੰਗ ਦੇ ਨਾਲ ਬਣਦਾ ਹੈ ਇਹਨੂੰ ਅਸੀਂ ਹਰ ਜਿਹੜੇ ਦੋਨਾਂ ਦੇ ਬਰਾਬਰ ਨੇ ਹਰ ਅਸੀਂ ਇੱਕ ਵਾਰ ਲਿਖ ਲਾਂਗੇ, ਤਾਂ ਅੰਸ਼ ਜਿਹੜੇ ਉਹਨਾਂ ਨੂੰ ਅਸੀਂ ਘਟਾ ਦੇਵਾਂਗੇ। 5 ਦੇ ਵਿੱਚੋਂ 3 ਘਟਾਵਾਂਗੇ ਸਾਡੇ ਕੋਲ 2/5 ਆ ਜਾਏਗਾ, ਠੀਕ ਹੈ। ਅਸੀਂ ਇਥੋਂ ਸਿੱਧਾ ਐਲਸੀਐਮ ਲੈ ਕੇ ਵੀ ਕਰ ਸਕਦੇ ਸੀ ਕਿ 5 ਨੂੰ 1 ਨਾਲ ਗੁਣਾ ਕੀਤਾ ਤਾਂ ਇਹ ਸਾਡੇ ਕੋਲ 5 - 3/5 ਬਣ ਗਿਆ, ਠੀਕ ਹੈ। ਤਾਂ ਵੀ ਇਹਦਾ ਆਨਸਰ 2/5 ਹੈ। ਤਾਂ ਸਮਝਣ ਦੇ ਲਈ ਆਪਾਂ ਯਾਦ ਰੱਖਣਾ ਕਿਸੇ ਵੀ ਢੰਗ ਦੇ ਨਾਲ ਰੱਖ ਸਕਦੇ ਹਾਂ, ਠੀਕ ਹੈ। ਤਾਂ ਸੋਮੂ ਨੇ ਸੇਬ ਦਾ ਜਿਹੜਾ ਭਾਗ ਖਾਦਾ ਉਹ ਸਾਡੇ ਕੋਲ ਆਇਆ 2/5। ਸੇਬ ਦਾ ਕਿੰਨਾ ਭਾਗ ਸੋਮੂ ਨੇ ਖਾਦਾ, ਕਿਸ ਦਾ ਹਿੱਸਾ ਵੱਧ ਸੀ ਤੇ ਕਿੰਨਾ ਸੀ, ਠੀਕ ਹੈ। ਹੂ ਹੈਡ ਲਾਰਜਰ ਸ਼ੇਅਰ, ਕਿਹਨੂੰ ਜ਼ਿਆਦਾ ਹਿੱਸਾ ਮਿਲਿਆ, ਬਾय ਹਾਊ ਮਚ।
तो आप देख सकते हैं ਹੁਣ देखो एक ने 3 हिस्से खाधे है सेब ਦੇ एक ने 2 हिस्से खाधे है तो ऑब्वियसली ਜਿਹੜਾ 3 ਹਿੱਸਿਆਂ ਵਾਲਾ है स्पष्ट है कि 3 ਹਿੱਸਿਆਂ वाले ने ज्यादा सेब खाधा है मतलब रितु ने सोमू तो ज्यादा सेब खाधा ठीक है रितु ने सोमू नालों ज्यादा हिस्सा सेब खाधा ठीक है तो किन्ने हिस्सा खाधा ਆਪਾਂ ਰਿਤੂ ਦਾ ਜਿਹੜਾ ਸੇਬ ਸੀ ਸਾਡੇ ਕੋਲ 3/5 ਦੇ ਵਿੱਚੋਂ ਅਸੀਂ 2/5 ਜਿਹੜਾ ਉਹ ਮਾਈਨਸ ਕਰ ਦਾਂਗੇ तो अंश बराबर है हर बराबर है ਸਾਡੇ ਕੋਲ ਇਹ ਅਸੀਂ ਇੱਕ ਵਾਰ ਲਿਖ ਦਾਂਗੇ अंश ਨੂੰ 3 ਦੇ ਵਿੱਚੋਂ 2 ਘਟਾ ਦੇਾਂਗੇ तो ਇਹ ਸਾਡੇ ਕੋਲ 1/5 ਆ ਗਿਆ ਠੀਕ ਹੈ ਇਸ ਤਰ੍ਹਾਂ ਰਿਤੂ ਨੇ ਇੱਕ ਸੇਬ ਦਾ 1/5 ਭਾਗ ਸੋਮੂ ਨਾਲੋਂ ਜ਼ਿਆਦਾ ਖਾਧਾ ਇਸ ਲਈ ਰਿਤੂ ਨੇ 1/5 ਭਾਗ ਸੋਮੂ ਨਾਲੋਂ सेब ਦਾ ਜ਼ਿਆਦਾ ਖਾਧਾ ठीक है बच्चों तो ये साढ़े कोल 11वें का और पार्ट हो गया जां पार्ट इस तो बाद अगला सवाल देखते हैं सी अगला सवाल साढ़े कोल 12वां है कि क्रिकेट मैच विच खिडारियां द्वारा बनाईयां दौड़ां इस प्रकार हैं दौड़ां साढ़े कोल जिहड़ियां दित्तियां होईयां ने तुसीं देख सकदे हो 5 15 120 50 100 80 10 15 8 10 ਤੇ 15 ठीक है द रन स्कोर्ड इन अ मैच बाय 11 प्लेयर्स इज एज फॉलोज तो ਇਹਨੂੰ ਅਸੀਂ ਸਭ ਤੋਂ ਪਹਿਲਾਂ ਜਿਹੜੀ ਸਕੋਰ ਨੇ ਅਸੀਂ ਲਿਖ ਲੈਣੇ ਨੇ ਵੱਧਦੇ ਕ੍ਰਮ ਦੇ ਵਿੱਚ ਇਹਨਾਂ ਨੂੰ ਅਸੀਂ ਲਿਖਣਾ ਮਤਲਬ ਸਭ ਤੋਂ ਪਹਿਲਾਂ ਅਸੀਂ ਛੋਟਾ ਜਿਹੜਾ ਨੰਬਰ ਹੈ ਉਹ ਲਿਖਾਂਗੇ ਉਸ ਤੋਂ ਬਾਅਦ ਜਿਵੇਂ ਵੱਡਾ ਅੰਕ ਹੋ ਜਾਏਗਾ ਉਹ ਅਸੀਂ ਵੱਡੇ ਅੰਕ ਅੱਗੇ ਲਿਖਦੇ ਜਾਵਾਂਗੇ ਠੀਕ ਹੈ ਅਸੈਂਡਿੰਗ ਆਰਡਰ ਦੇ ਵਿੱਚ ਇਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਲਿਖਣਾ ਹੈ ਠੀਕ ਹੈ तो ਅਸੀਂ ਇੱਥੇ ਲਿਖ ਲੈਂਦੇ ਹਾਂ ਸਕੋਰ ਵੱਧਦੇ ਕ੍ਰਮ ਵਿੱਚ ਜਾਂ ਦੌੜਾਂ ਵੱਧਦੇ ਕ੍ਰਮ ਵਿੱਚ ਠੀਕ ਹੈ ਅਸੈਂਡਿੰਗ ਆਰਡਰ ਦੇ ਵਿੱਚ ਤੋਂ ਸਭ ਤੋਂ ਛੋਟਾ ਇਹਦੇ ਵਿੱਚ ਨੰਬਰ ਆਪਾਂ ਦੇਖ ਸਕਦੇ ਹਾਂ ਜਿਹੜਾ 6 ਹੈ ਇਸ ਤੋਂ ਬਾਅਦ ਜਿਹੜਾ ਹੈ ਸਕੋਰ ਇਸ ਤੋਂ ਜ਼ਿਆਦਾ ਜਿਹੜੇ ਨੇ ਉਹ 8 ਨੇ ਫਿਰ ਇਸ ਤੋਂ ਬਾਅਦ ਜਿਹੜਾ 10 ਹੈ ਦੋ ਵਾਰ ਆਉਂਦਾ ਹੈ 10 ਸਕੋਰ ਦੋ ਜਣੇ ਨੇ ਬਣਾਏ ਨੇ ਇਸ ਤੋਂ ਬਾਅਦ 10 ਤੋਂ ਬਾਅਦ ਫਿਰ 15 ਜਿਹੜਾ ਹੈ ਉਹ ਸਕੋਰ ਜਿਹੜੇ ਬਣਾਏ ਨੇ ਦੋ ਜਣੇ ਨੇ 15 ਸਕੋਰ ਬਣਾਏ ਨੇ ਇਸ ਤੋਂ ਬਾਅਦ 15 ਤੋਂ ਬਾਅਦ ਸਾਡੇ ਕੋਲ ਅਗਲੀ ਸੰਖਿਆ ਜਿਹੜੀ ਹੈ 15 ਤਿੰਨ ਜਣਿਆਂ ਨੇ ਬਣਾਏ ਨੇ 1 2 ਤੇ 3 ਆਪਾਂ ਤਿੰਨ ਵਾਰ 15 ਇੱਥੇ ਲਿਖਾਂਗੇ ਇਸ ਤੋਂ ਬਾਅਦ ਜਿਹੜੇ ਇਸ ਤੋਂ ਜ਼ਿਆਦਾ ਸਕੋਰ ਹੈਗੇ ਨੇ 50 ਇੱਕ ਜਣੇ ਨੇ ਬਣਾਏ ਨੇ ਇਸ ਤੋਂ ਬਾਅਦ 80 ਹੈਗੇ ਨੇ ਇਸ ਤੋਂ ਬਾਅਦ 100 ਇਸ ਤੋਂ ਬਾਅਦ ਲਾਸਟ ਦੇ ਵਿੱਚ 120 तो टोटल सी देख सकते हो 1 2 3 4 5 6 7 8 9 10 ਤੇ 11 ਪਲੇਅਰਸ ਦੇ ਸਾਡੇ ਕੋਲ ਸਕੋਰ ਹੋ ਗਏ ਹੁਣ ਇਹਦੇ ਸਾਨੂੰ ਪੁੱਛਿਆ ਕੀ ਇਹ ਦੇਖਦੇ ਹਾਂ ਇਹਨਾਂ ਅੰਕੜਿਆਂ ਦੀ ਮੱਧਿਕਾ ਅਤੇ ਬਹੁਲਕ ਪਤਾ ਕਰੋ ਆਹੇ ਦੇ ਥੱਲੇ ਅੰਕੜਾ ਆਏਗਾ फाइंड द मोड एंड मीडियन ठीक है मध्यिका मैंने मीडियन ਹੁੰਦਾ ਹੈ ਬਹੁਲਕ मैंने ਸਾਡੇ ਕੋਲ ਮੋਡ ਹੁੰਦਾ ਹੈ तो ਇਹਨਾਂ ਨੇ ਪੰਜਾਬੀ ਚ ਆਪਾਂ ਇੱਥੇ ਉਲਟਾ ਲਿਖਿਆ ਹੋਇਆ ਕੋਈ ਗੱਲ ਨਹੀਂ तो ਮੱਧਿਕਾ ਜਿਹੜੀ ਹੈ ਸਾਡੇ ਕੋਲ ਭਾਵ ਮੀਡੀਅਨ ਹੈ ਉਹਦੇ ਲਈ ਅਸੀਂ ਕੀ ਕਰਨਾ ਹੈ ਜਿਵੇਂ ਸਾਡੇ ਕੋਲ ਟੋਟਲ ਜਿਹੜੀਆਂ 11 ਸੰਖਿਆਵਾਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਮਿਡਲ ਵਾਲੀ ਸੰਖਿਆ ਹੈ ਉਹ ਆਪਾਂ ਇਹਦੇ ਚ ਲੱਭਾਂਗੇ ਠੀਕ ਹੈ मतलब टोटल 11 ने 5 ਅਸੀਂ ਪਹਿਲੀਆਂ ਛੱਡ ਦਿੰਨੇ ਆ तो 5 ਪਿੱਛੇ ਦੀਆਂ ਛੱਡ ਦਿੰਨੇ ਆ ठीक है तो ਜਿਹੜੀ ਸੰਖਿਆ ਸਾਡੇ ਕੋਲ ਵਿਚਕਾਰ ਕੱਲੀ ਬਚਦੀ ਹੈ ਉਹੀ ਸਾਡੇ ਕੋਲ ਮੱਧਿਕਾ ਹੈ ठीक है ਮੱਧਿਕਾ मीडियन ਸਾਡੇ ਕੋਲ ਹੈ 15 ਇਸ ਤੋਂ ਬਾਅਦ ਗੱਲ ਹੈ ਬਹੁਲਕ ਦੀ ਬਹੁਲਕ ਜਿਹੜਾ ਬਹੁਤ ਬਾਰ ਆ ਰਿਹਾ ਹੋਵੇ ਵਿੱਚ ਬਹੁਲਕ ਭਾਵ ਮੋਡ ठीक है तो बहुलक ਜਿਹੜਾ ਹੈ ਜਿਹੜੀ ਸੰਖਿਆ ਸਭ ਤੋਂ ਜ਼ਿਆਦਾ ਵਾਰ ਆਈ ਹੈ ਜਿਹੜਾ ਅੰਕੜਾ ਸਭ ਤੋਂ ਜ਼ਿਆਦਾ ਵਾਰ ਆਇਆ ਹੈ ਉਹ ਸਾਡੇ ਕੋਲ 15 ਹੈ ਉਹ ਵੀ 15 ਹੀ ਹੈ तो ਇਹਦਾ ਮਤਲਬ ਸਾਡੇ ਕੋਲ ਇਸ ਸਵਾਲ ਦੇ ਵਿੱਚ ਜਿਹੜਾ ਮੋਡ ਹੈ ਬਹੁਲਕ ਹੈ ਉਹ ਵੀ 15 ਹੈ ठीक है ਮੱਧਿਕਾ ਵੀ 15 ਤੇ ਮੋਡ ਵੀ 15 ਇਹ ਸਹੀ ਜਵਾਬ ਹੈ ਇਸ ਸਵਾਲ ਦਾ ਇਸ ਤੋਂ ਬਾਅਦ ਸਾਡੇ ਕੋਲ ਅਗਲਾ ਸਵਾਲ ਹੈ
ਜਮਾਤ ਦੇ ਇੱਕ ਟੈਸਟ ਵਿੱਚ ਪ੍ਰਾਪਤ ਕੀਤੇ ਹੇਠ ਲਿਖੇ ਅੰਕਾਂ ਨੂੰ ਸਾਰਣੀਬੱਧ ਰੂਪ ਵਿੱਚ ਲਿਖੋ। ਦਿੱਤੇ ਗਏ ਅੰਕੜਿਆਂ ਦੀ ਵਿਚਲਨ ਸੀਮਾ ਅਤੇ ਮੱਧਮਾਨ ਪਤਾ ਕਰੋ। ਠੀਕ ਹੈ, तो ये अंक ने ਜਿਹੜੇ ਬੱਚਿਆਂ ਨੇ ਪ੍ਰਾਪਤ ਕੀਤੇ ਨੇ ਇਹਨਾਂ ਨੂੰ ਅਸੀਂ ਲਿਖ ਲੈਂਦੇ ਹਾਂ। ਹਾਂਜੀ, ਹੱਲ। तो ਇਹਦੇ ਵਿੱਚ ਵੀ ਸਾਰੇ ਜਿਹੜੇ ਅੰਕੜੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਵੱਧ ਦੇ ਕ੍ਰਮ ਦੇ ਵਿੱਚ ਲਿਖ ਲੈਂਦੇ ਹਾਂ, ਫਿਰ ਸਾਨੂੰ ਸੌਖਾ ਰਹੇਗਾ ਕੰਮ ਕਰਨਾ। ਠੀਕ ਹੈ, अंक ਵੱਧ ਦੇ ਕ੍ਰਮ ਵਿੱਚ ਵੈਸੇ ਲਿਖਣੇ ਜ਼ਰੂਰੀ ਨਹੀਂ ਹੁੰਦੇ, पर अगर ਅਸੀਂ ਲਿਖ ਲਈਏ ਤਾਂ ਸਾਡਾ ਕੰਮ ਜਿਹੜਾ ਥੋੜਾ ਆਸਾਨ ਹੋ ਜਾਂਦਾ। ਸਭ ਤੋਂ ਪਹਿਲਾਂ ਇੱਕ ਅੰਕ ਹੈ, ਸਿਰਫ ਇੱਕ ਬੱਚੇ ਨੇ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ ਦੋ ਅੰਕ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ, ਇੱਕ ਇਸ ਬੱਚੇ ਦੇ, ਇੱਕ ਦੋ ਬੱਚਿਆਂ ਦੇ ਦੋ ਅੰਕ ਨੇ, ਉਹ ਅਸੀਂ ਲਿਖ ਲਾਂਗੇ। ਇਸ ਤੋਂ ਬਾਅਦ ਤਿੰਨ ਅੰਕ ਨੇ, ਇੱਕ ਸਿਰਫ ਇੱਕ ਬੱਚੇ ਦੇ ਤਿੰਨ ਅੰਕ ਨੇ। ਇਸ ਤੋਂ ਬਾਅਦ ਚਾਰ ਅੰਕ ਜਿਹੜੇ ਨੇ ਉਹ ਇੱਕ ਬੱਚੇ ਦੇ ਦੋ ਤੇ ਤਿੰਨ ਬੱਚਿਆਂ ਦੇ ਚਾਰ ਅੰਕ ਨੇ। ਇਸ ਤੋਂ ਬਾਅਦ ਪੰਜ ਅੰਕ, ਇੱਕ ਬੱਚਾ, ਦੋ, ਤਿੰਨ, ਚਾਰ, ਪੰਜ। ਪੰਜ ਬੱਚਿਆਂ ਨੇ ਪੰਜ ਅੰਕ ਪ੍ਰਾਪਤ ਕੀਤੇ ਨੇ। ਇਸ ਤੋਂ ਬਾਅਦ 6 ਅੰਕ, ਇੱਕ ਬੱਚੇ ਨੇ, ਦੋ ਬੱਚਿਆਂ ਨੇ, ਤਿੰਨ ਬੱਚਿਆਂ ਨੇ, ਚਾਰ ਬੱਚਿਆਂ ਨੇ। ਚਾਰ ਬੱਚਿਆਂ ਨੇ ਇਸ ਤੋਂ ਬਾਅਦ 6 ਅੰਕ ਪ੍ਰਾਪਤ ਕੀਤੇ ਨੇ। ਇਸ ਤੋਂ ਬਾਅਦ 7 ਅੰਕ ਪ੍ਰਾਪਤ ਕਰਨ ਵਾਲੇ ਇੱਕ ਬੱਚਾ ਇਹ ਹੋ ਗਿਆ ਸਾਡੇ ਕੋਲ, ਇੱਕ ਬੱਚਾ ਇਹ ਹੋ ਗਿਆ। ਦੋ ਬੱਚਿਆਂ ਨੇ 7 ਅੰਕ ਪ੍ਰਾਪਤ ਕੀਤੇ ਨੇ। ਇਸ ਤੋਂ ਬਾਅਦ ਇੱਕ ਬੱਚੇ ਨੇ 8 ਅੰਕ ਪ੍ਰਾਪਤ ਕੀਤੇ ਨੇ ਤੇ ਇੱਕ ਬੱਚੇ ਨੇ 9 ਅੰਕ ਪ੍ਰਾਪਤ ਕੀਤੇ ਨੇ। तो टोटल जमात ਦੇ ਵਿੱਚ ਸਾਨੂੰ ਬੱਚਿਆਂ ਦੀ ਗਿਣਤੀ ਨਹੀਂ ਦਿੱਤੀ ਹੋਈ, ਆਪਾਂ ਇੱਥੇ ਦੇਖ ਲੈਣੇ ਕਿੰਨੇ ਸਾਡੇ ਕੋਲ ਬਣਦੇ ਨੇ। 1 2 3 4 5 6 7 8 9 10 11 12 13 14 15 16 17 18 19 20 20 ਬੱਚੇ ਨੇ ਕਲਾਸ ਦੇ ਵਿੱਚ ਜਿਨ੍ਹਾਂ ਨੇ ਟੈਸਟ ਦਿੱਤਾ ਹੈ। काउंट कर लेने इधर भी 1 2 3 4 5 6 7 8 9 10 11 12 13 14 15 16 17 18 19 20। ठीक है, 20 ਬੱਚੇ ਇਧਰ ਨੇ ਸਾਡੇ ਕੋਲ। ਠੀਕ ਹੈ, ਤੇ ਇਹਦਾ ਮਤਲਬ ਸਾਰੇ ਬੱਚਿਆਂ ਦੇ ਅੰਕ ਆਪਾਂ ਲਿਖ ਲਏ ਨੇ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਤਾਂ ਇਹਨੂੰ ਅਸੀਂ ਸਾਰਣੀਬੱਧ ਰੂਪ ਦੇ ਵਿੱਚ ਲਿਖਣਾ ਹੈ। ਸਾਰਣੀਬੱਧ ਦੇ ਵਿੱਚ ਦਾ ਭਾਵ ਹੈ ਅਸੀਂ ਦੱਸਾਂਗੇ ਕਿ ਇੱਕ ਅੰਕ ਕਿੰਨੇ ਬੱਚਿਆਂ ਨੇ ਪ੍ਰਾਪਤ ਕੀਤਾ ਹੈ, ਦੋ ਅੰਕ ਕਿੰਨੇ ਬੱਚਿਆਂ ਨੇ ਪ੍ਰਾਪਤ ਕੀਤਾ ਹੈ, ਤਿੰਨ ਅੰਕ ਕਿੰਨੇ ਬੱਚਿਆਂ ਨੇ ਪ੍ਰਾਪਤ ਕੀਤੇ ਨੇ। ਠੀਕ ਹੈ, ਇਹਦੇ ਹਿਸਾਬ ਦੇ ਨਾਲ ਅਸੀਂ ਸਾਰਣੀ ਬਣਾਵਾਂਗੇ। ठीक है, इत्थे असीं मिलान चिन्ह लिखांगे और इहदे च असीं बारंबारता लिखांगे। फ्रीक्वेंसी, ठीक है, इत्थे साडे कोल ठीक है। तो सब तो पहला अंक साडे कोल 1 है, 2 है, 3 है, 4 ने, 5 ने, 6 ने, 7 ने, 8 ने ते 9 अंक ने। एक अंक किन्ने बच्चों का है? सिर्फ एक बच्चे का। ठीक है, तो मिलान चिन्ह दे विच ये साडे कोल मिलान चिन्ह बाद विच आपां लगा लेने। तो दो अंक साडे कोल दो बच्चों के ने, तो इन्हां दी गिनती साडे कोल 2 है। 3 अंक सिर्फ एक बच्चे के ने, 4 अंक 3 बच्चों के ने, 5 अंक 5 बच्चों के ने, 6 अंक 4 बच्चों के ने, 7 अंक 2 बच्चों के ने, 8 अंक एक बच्चे का है, 9 अंक एक बच्चे के ने। ठीक है, तो मिलान चिन्ह आप इन्हां दे बना लेने। हाँ जी, तो सब तो पहला एक दे लिए 1, फिर 2 2 इत्थे 1 आ जाएगा। ये साडे कोल 1 2 3 1 2 3 4 ते 5 1 2 3 4 1 2 1 ते 1। ठीक है, तो ये साडे कोल सारणी जिहड़ी है वो बन जाती है अंकां दी। इन्हां नूं आपां सारणीबद्ध रूप दे विच लिख लिया है। सारणी तो देख के सानूं पता लग जाता है कि किस बच्चे ने किन्ने बच्चों के किन्ने अंक ने। ठीक है, 5 बच्चों के 5 अंक ने, 4 बच्चों के 6 अंक ने ते 2 बच्चों के 7 अंक ने। इस तो बाद सानूं सवाल दे विच पूछा गया है फाइंड द रेंज एंड अर्थमैटिक मीन, दैट मीन विचलन सीमा। रेंज मैंने विचलन सीमा, तो विचलन सीमा के लिए असीं की करना होता है? विचलन सीमा पता करन दे लई जिहड़े साडे कोल अंक दिते गए ने, इन्हां विच जिहड़ा सब तो वध जिहड़े अंक ने उहदे विचों असीं सब तो घट अंक जिहड़े ओह घटा देंगे।
तो सब तो ਵੱਧ ਜਿਹੜੇ ਬੱਚੇ ਨੇ ਅੰਕ ਪ੍ਰਾਪਤ ਕੀਤੇ ਨੇ 9 ਪ੍ਰਾਪਤ ਕੀਤੇ ਨੇ, ਠੀਕ ਹੈ, ਤੇ ਸਭ ਤੋਂ ਘੱਟ ਅੰਕ ਜਿਹੜੇ ਪ੍ਰਾਪਤ ਕੀਤੇ ਨੇ ਉਹ ਇੱਕ ਬੱਚੇ ਨੇ 1 ਅੰਕ ਪ੍ਰਾਪਤ ਕੀਤਾ ਹੈ। तो विचलन सीमा ਜਿਹੜੀ ਹੈ ਸਾਡੇ ਕੋਲ ਉਹ 8 ਬਣ ਜਾਂਦੀ ਹੈ, ਠੀਕ ਹੈ। तो ਇਸ ਤੋਂ ਬਾਅਦ ਆਉਂਦੀ ਹੈ ਗੱਲ ਮੱਧਮਾਨ ਦੀ। ਮੱਧਮਾਨ ਦੇ ਲਈ ਅਸੀਂ ਕੀ ਕਰਨਾ ਹੈ, ਮੱਧਮਾਨ ਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ ਹੈ, ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਗਿਣਤੀ, ਜਾਂ ਇੱਥੇ ਅਸੀਂ ਕਰਦੇ ਹਾਂ ਅੰਕੜਿਆਂ ਦਾ ਜੋੜ ਵਟਾ ਅੰਕੜਿਆਂ ਦੀ ਗਿਣਤੀ। तो अंकड़ियां ਦਾ ਜੋੜ ਦੇ ਲਈ ਹੁਣ ਸਾਨੂੰ ਉੱਪਰ ਜਿਹੜੇ ਅੰਕ ਸਾਨੂੰ ਦਿੱਤੇ ਹੋਏ ਨੇ ਇਹ ਸਾਰੇ ਅੰਕਾਂ ਦਾ ਜਿਹੜਾ ਜੋੜ ਕਰਨਾ ਪਏਗਾ। ਸੋ ਅਸੀਂ ਇਹ ਸਾਰੇ ਅੰਕਾਂ ਦਾ ਜਿਹੜਾ ਜੋੜ ਸਭ ਤੋਂ ਪਹਿਲਾਂ ਕਰਾਂਗੇ। तो ਜੋੜ ਦੇ ਲਈ 1 जमा 2 जमा 2 जमा 3 जमा 4 जमा 4 जमा 4 5 ਸਾਡੇ ਕੋਲ 5 ਵਾਰ ਆਏਗਾ, जमा 5 जमा 5 जमा 5 जमा 5, ठीक है। ਇਸ ਤੋਂ ਬਾਅਦ 6 ਜਿਹੜਾ ਸਾਡੇ ਕੋਲ 4 ਵਾਰ ਆਏਗਾ, 6 जमा 6 जमा 6 जमा 6 7 2 ਵਾਰ ਆਏਗਾ, 8 1 ਵਾਰ ਆਏਗਾ ਤੇ 9 1 ਵਾਰ ਆਏਗਾ, ਠੀਕ ਹੈ। ਇਹ ਸਾਰਿਆਂ ਦਾ ਅਸੀਂ ਜੋੜ ਕਰਾਂਗੇ ਤੇ ਫਿਰ ਇਸ ਨੂੰ 20 ਦੇ ਨਾਲ ਭਾਗ ਕਰਦੇ ਹਾਂ, ठीक है। तो जोड़ आप देख लेने ये सारे का जोड़ा बनता है, जोड़ा एक संख्या है, एक तो एक बार ही है, 2 साढ़े को 2 बार है, 4 हो जाता है, 3 साढ़े को 1 बार है, और ये 4 4 4 4 3 12 हो गए, ठीक है। 5 जोड़ा 5 बार आ रहा है, साढ़े को 25 हो गया, 6 4 बार आ गया, ये 24 हो गया, 7 2 बार आ गया, साढ़े को 14 हो गया। इस तो बाद 8 1 बार ही आ रहा, 9 8 ਤੇ 9 ਨੂੰ जोड़ांगे साढ़े को 17 बन जाता है, ठीक है। तो इस तो बाद फिर आप जोड़ लेने ना सारे नू। तो 4 ते 1 5 5 ते 3 8 8 ते 11 8 ते 12 साढ़े को 20 हो जाएंगे, 20 ते 25 45 45 ते 24 ਜਿਹੜੇ ਸਾਡੇ ਕੋਲੇ ਬਣ ਜਾਂਦੇ ਨੇ 49 59 ਤੇ 69 69 ਤੇ 14 ਸਾਡੇ ਕੋਲ ਬਣ ਜਾਣਗੇ 73 ਤੇ 10 83 83 ਤੇ 17 ਸਾਡੇ ਕੋਲ 100। तो टोटल जोड़ है ਜਿਹੜਾ ਸਾਡੇ ਕੋਲ ਉਹ 100 ਬਣ ਜਾਂਦਾ ਹੈ ਤੇ हेठा साढ़े को जी अंकड़ियां की गिणती है वो 20 बनती है, ठीक है। तो बराबर 100 बटा 20, तो 100 ਨੂੰ 20 ਨਾਲ भाग करांगे साढ़े को 5 आ जाएगा, ठीक है। तो इस ढंग ਦੇ ਨਾਲ ਇਸ ਸਵਾਲ ਦੇ ਵਿੱਚ ਜਿਹੜਾ ਸਾਡੇ ਕੋਲ ਮੱਧਮਾਨ ਹੈ ਅੰਕੜਿਆਂ ਦਾ ਜਾਂ ਮੀਨ ਅਰਥਮੈਟਿਕ ਮੀਨ ਹੈ ਉਹ ਸਾਡੇ ਕੋਲ ਕੀ ਬਣ ਜਾਂਦਾ ਹੈ 5। तो मध्यमान बराबर 5, ठीक है स्टूडेंट्स। तो ये साढ़े कोल सी 12वां सवाल मध्यमान 5 भाव मीन जेड़ा 5 है, विचलन सीमा दैट मीनस रेंज साढ़े कोल इहदी 8 आई है, ठीक है। बाकी ये साड़ नहीं सानू बनाउण वास्ते किया गया सी, ठीक है विद्यार्थियों। तो ये साढ़े कोल टोटल सवाल सी, तुहानू पता चल गया होएगा किवें सवाल सी पेपर दे विच अटैम्प्ट कीते सी, किहड़ा सही होया किहड़ा गलत होया, ठीक है। जिन्हां दा पेपर बहुत वधिया गया उन्हां नू मुबारकां, ते जिन्हां नू लगदा कि कुछ चीज़ां गलत गईयां ने कोई गल नहीं, हौसला नहीं छड्डना, अगली बार जी पूरी तैयारी के नाल पेपर जोड़ा वो देना है, ठीक है विद्यार्थियों। तो अज के लिए इन्ना ही, फिर आप नैक्सट वीडियो के फिर मिलांगे, उदों तक सत श्री अकाल।